मैं अपने एरिया च मैनू शिकायत मिली भी डॉग्स साडे एरिया च हुण कार दे टायर खान लग गए। बिल्कुल। मैं उत्थे जाके चेक किया, नवे टायर कार दे खराब कीते पे सी ते असीं जाके अपने मुलाजमान लिया, कुत्ते नूं घेरिया भी इहनूं किते एडजस्टमेंट करिए ते नाल ही महल्ले वाले आ गए किहड़े उन्हां दे शुभ चिंतक सी डॉग्स जी। दे, किहड़े उन्हां नूं दुੱਧ पांदे सी। ਹੁਣ ਅਸੀਂ ਉਹ ਕਹਿੰਦੇ ਜੀ ਤੁਸੀਂ ਦਰਵੇਸ਼ ਨੂੰ ਕਿਉਂ ਕੁਛ ਕਹਿੰਦੇ ਹੋ, ਤੁਸੀਂ ਇਹਨੂੰ ਬਿਲਕੁਲ ਹੱਥ ਨਹੀਂ ਲਾਣਾ। ਐਨਓ ਜੀਆਂ ਬਣੀਆਂ ਹੀ ਆ, ਉਹ ਕਹਿੰਦੇ ਤੁਸੀਂ ਇਹਨਾਂ ਨੂੰ ਹੱਥ ਨਹੀਂ ਲਾਣਾ, ਸਾਨੂੰ ਪਾਵਰ ਹੋਊਗੀ ਤਾਂ ਕੰਮ ਹੋਊਗਾ, ਨਹੀਂ ਤਾਂ ਫਿਰ ਉਹੀ ਜਿਵੇਂ ਚੱਲਦਾ ਉਵੇਂ ਚੱਲੀ ਜਾਊਗਾ। ਕਿਉਂਕਿ ਪਬਲਿਕ ਕਿਹੜੀ ਕਿਹਨੇ ਨਜਾਇਜ਼ ਕਰਨੀ ਹੈ ਨਾ, ਉਹ ਢੀਠ ਲੋਕ ਵੀ ਹੁੰਦੇ ਆ ਕਈ, ਮੈਂ ਸਾਫ਼ ਲਫ਼ਜ਼ਾਂ ਕਹਿੰਦਾ ਕਈ ਲੋਕ ਢੀਠ ਹੁੰਦੇ ਆ। ਜਿੰਨਾ ਮਰਜ਼ੀ ਕਰ ਲਓ, ਉਹਨਾਂ ਤੇ ਸਖਤੀ ਕਰੋਗੇ, FIR ਕਰਾਓਗੇ ਤਾਂ ਹਟਣਗੇ, ਨਹੀਂ ਤਾਂ ਪਿਆਰ ਨਾਲ ਕੋਈ ਸੁਣਦਾ ਹੀ ਨਹੀਂ। ਇਸੇ ਕਰਕੇ ਸਿਰਫ ਹਸਪੀਟਲਾਂ ਕਰਕੇ ਕਹਿ ਰਹੇ ਹਾਂ ਤੇ ਮੈਂ ਆਪਣੇ ਆਮ ਪਬਲਿਕ ਲਈ, ਕਿਉਂਕਿ ਇਸ ਇਲੈਕਸ਼ਨ 'ਚ ਕਾਰਪੋਰੇਸ਼ਨ ਦੇ ਇਲੈਕਸ਼ਨਾਂ 'ਚ ਲੋਕਾਂ ਨੇ ਡਿਮਾਂਡ ਮੇਰੇ ਅੱਗੇ ਰੱਖੀ ਸੀ ਵੀ ਸਾਨੂੰ ਆਹ ਚੀਜ਼ ਦੀ ਰਾਹਤ ਚਾਹੀਦੀ ਹੈ ਤੇ ਮੈਂ ਉਸ ਵਾਅਦੇ ਤੇ ਉਹਨਾਂ ਨਾਲ ਵਾਅਦਾ ਕੀਤਾ ਸੀ ਮੈਂ ਦਵਾਉਂਗਾ, ਉਸ ਪੈਰੇ ਤੇ ਖੜੂੰਗਾ, ਪੂਰਾ ਪਹਿਰਾ ਦਊਂਗਾ, ਮੈਂ ਕਰੋਚਮੈਂਟ ਹਟਾ ਕੇ ਹਟੂੰਗਾ। ਇੱਕ ਬੰਦੇ ਨੇ ਮੈਨੂੰ ਦੱਸਿਆ ਵੀ ਮੈਂ 3 ਵਿਲੇਜ ਬੈਠੇ ਟੋਫੀ ਖਾਧੀ, ਉਹਦਾ ਕਾਗਜ਼ ਮੈਂ ਸਿੱਟਣ ਲੱਗਿਆ, ਉਹ ਕਹਿੰਦਾ ਆਟੋ ਵਾਲਾ ਕਹਿੰਦਾ ਨਾ ਬਾਹਰ ਨਾ ਸਿੱਟੀ, 500 ਰੁਪਏ ਫਾਈਨ ਹੋ ਜਾਊਗਾ। ਉਹਨੇ ਕਿਉਂ ਨਹੀਂ ਸਿੱਟਿਆ ਬਾਹਰ? 500 ਰੁਪਏ ਕਰਕੇ ਵੀ 500 ਰੁਪਏ ਜੁਰਮਾਨਾ। ਜੇ ਲੋਕ ਚਾਹੁੰਦੇ ਆ ਵੀ ਅਸੀਂ 500 ਦੇ ਜੁਰਮਾਨੇ ਤੇ ਹਟਣਾ, ਫਿਰ ਉਹ ਅਸੀਂ ਤਿਆਰੀ ਕਰ ਲੈਨੇ। ਜੇ ਪਿਆਰ ਦੀ ਭਾਸ਼ਾ ਸਮਝਣਗੇ ਠੀਕ ਹੈ, नहीं तो फिर सख्ती तो करनी पड़ी है, क्योंकि शहर को सुधारना तो असी हैगा ही है। बिल्कुल। टाइम्स पंजाब देख रहे सभी दर्शकों का बहुत बहुत स्वागत है। मैं हूं आपके साथ शिप्रा, लाइव में आपके साथ जुड़ चुकी हूं। भारत का मैनचेस्टर कहे जाने वाली स्मार्ट सिटी लुधियाना। जी, मुद्दे बहुत सारे हैं। स्मार्ट सिटी की तस्वीर की बात करें तो आम जनता को बहुत ज्यादा शिकायतें हैं, लेकिन जब से आम आदमी पार्टी सत्ता में आई है तो पूरा विश्वास दिखाती हुई जनता पर वो नजर आ रही है। किस तरीके से करप्शन पर नकेल कसती हुई नजर आ रही है। इन 2.5 सालों में हमने बहुत बदलती हुई तस्वीर देखी है, लेकिन इस बार जब इलेक्शंस हुए तो लोगों ने फिर से एक बार आम आदमी पार्टी पर विश्वास दिखाया। और अभी कुछ ही दिन पहले हमने आपको मेयर से मिलवाया, जो न्यूली अपॉइंट मेयर हमारे लुधियाना की इंद्रजीत कौर मैम है, प्रिंसिपल। साथ ही साथ हमने आपको प्रिंस जौहर से भी मिलवाया, और अब हम आपको मिलवाने जाएंगे सीनियर डिप्टी मेयर राकेश पराशर पप्पी जी से। जी हाँ, लगातार 25 साल से ज्यादा का समय हो गया राजनीति में वो है अब, लेकिन हम रूबरू लाइव उनसे बात करने की कोशिश करेंगे और जानने की कोशिश करेंगे कि किस तरीके से अब वो सीनियर डिप्टी मेयर बनने के बाद लुधियाना की बदलती हुई तस्वीर की उम्मीद रखते हैं। सर, सबसे पहले आपका स्वागत करना चाहेंगे टाइम्स पंजाब टीवी पे, और अपनी टीम की तरफ से आपको बहुत बहुत बधाई देना चाहेंगे। सर, राजनीति में एक बहुत बड़ा एक्सपीरियंस आपका रह चुका है, लेकिन अब जो पंजाब की राजनीति आम आदमी पार्टी के आने के बाद आपने देखी है, वो किस तरीके से आप देख रहे हैं? ਇਹ ਬਿਲਕੁਲ ਸਹੀ ਹੈ ਤੁਹਾਡੀ ਗੱਲ ਵੀ 25 ਸਾਲ ਤੋਂ ਮੈਂ ਲਗਾਤਾਰ ਕੌਂਸਲਰ ਬਣਦਾ ਆ ਰਿਹਾ, 6ਵੀਂ ਵਾਰ ਮੈਂ ਇਸ ਵਾਰ ਜਿੱਤੇ। ਇਹ ਕਿਹੜਾ 25 ਸਾਲ ਦਾ ਤਜਰਬਾ ਮੈਂ ਕਾਰਪੋਰੇਸ਼ਨ ਰਹਿ ਕੇ ਸਿੱਖਿਆ ਤੇ ਇਹ ਹੁਣ ਕੰਮ ਆਏਗਾ। ਸੀਨੀਅਰ ਡਿਪਟੀ ਮੇਅਰ ਬਣਨ ਤੋਂ ਬਾਅਦ ਮੈਂ 3-4 ਮੀਟਿੰਗਾਂ ਮਤਲਬ ਅਫਸਰਾਂ ਨਾਲ ਵੀ ਹੋ ਚੁੱਕੀਆਂ ਤੇ ਸੰਘਰਸ਼ ਕਮੇਟੀ ਦੀਆਂ ਮੰਗਾਂ ਸੀ ਉਹਦੇ ਬਾਰੇ ਡਿਸਕਸ ਅੱਜ ਹੀ ਹੋਈ ਹੈ ਤੇ ਉਹਨਾਂ ਦੀਆਂ ਕਿਹੜੀਆਂ ਮੰਗਾਂ ਜਾਇਜ਼ ਆ ਅਸੀਂ ਪੰਜਾਬ ਸਰਕਾਰ ਕੋਲ ਲੈ ਕੇ ਇਹਨਾਂ ਦੀਆਂ ਕਿਹੜੀਆਂ ਜਾਇਜ਼ ਮੰਗਾਂ ਅਸੀਂ ਪੂਰੀਆਂ ਕਰਾਉਣੀਆਂ। ਹਰੇਕ ਪਾਸੇ ਕੋਈ ਵੀ ਬੰਦਾ ਬਿਨਾਂ ਕੰਮ ਤੋਂ, ਸਾਡੀ ਸੋਚ ਆ ਬਿਨਾਂ ਪੈਸੇ ਤੋਂ, ਬਿਨਾਂ ਕਰਪਸ਼ਨ ਤੋਂ ਤੇ ਬਿਨਾਂ ਗੇੜੇ ਤੋਂ। ਇਹ ਕਿਉਂਕਿ ਪਹਿਲੇ ਦਿਨ ਹੀ ਮੈਂ ਕਹਿਤਾ ਸੀ ਸਾਫ਼ ਲਫ਼ਜ਼ਾਂ 'ਚ, ਕਿਹੜੇ ਵੀ ਕੋਈ ਬੰਦਾ ਕੋਈ ਚੀਜ਼ ਅਪਲਾਈ ਕਰਦਾ ਕਾਗਜ਼ ਪਹਿਲਾਂ ਚੈੱਕ ਕਰੋ, ਜੇ ਕੋਈ ਚੀਜ਼ ਦੀ ਕਮੀ ਹੈ ਤਾਂ ਉਹਨੂੰ ਦੱਸੋ, ਤੇ ਇੱਕ ਆਬਜੈਕਸ਼ਨ ਕੋਈ ਲਾਣਾ ਉਸੇ ਟਾਈਮ ਲਾਓ। ਜਦ ਉਹ ਕਾਗਜ਼ ਪੂਰੇ ਕਰਕੇ ਤੁਸੀਂ ਤੁਹਾਡੇ ਕੋਲ ਦੂਜੀ ਵਾਰ ਆ ਗਿਆ, ਤੁਸੀਂ ਉਸ ਤੋਂ ਬਾਅਦ ਆਬਜੈਕਸ਼ਨ ਨਹੀਂ ਲਾਣਾ, ਕਿਉਂਕਿ ਤੁਹਾਡੀ ਗਲਤੀ ਹੈ। ਇਸ ਕਰਕੇ ਅਸੀਂ ਪਬਲਿਕ ਦਾ ਸੋਚਦੇ ਹਾਂ, ਕਿਉਂਕਿ ਮਾਨ ਸਰਕਾਰ ਆਮ ਆਦਮੀ ਪਾਰਟੀ ਦਾ ਇੱਕ ਹੀ ਟੀਚਾ ਬਿਨਾਂ ਕਰਪਸ਼ਨ ਤੋਂ ਕੰਮ ਹੋਣੇ ਚਾਹੀਦੇ। ਅਸੀਂ ਉਸ ਪਹਿਰੇ ਤੇ ਪੂਰਾ ਖੜਾਂਗੇ, ਡਿਊਟੀ ਦੇਵਾਂਗੇ ਤੇ ਅਸੀਂ ਨਿਗਾਹ ਰੱਖਾਂਗੇ ਵੀ ਕੋਈ ਕਰਪਸ਼ਨ ਤੋਂ ਬਿਨਾਂ ਕੰਮ ਹੋਣ ਸਾਰੇ, ਤੇ ਲੋਕਾਂ ਦੇ ਗੇੜੇ ਨਾ ਵੱਜਣ, ਲੋਕਾਂ ਦੀ ਸਹੂਲਤਾਂ ਵਾਸਤੇ ਅਸੀਂ काम करा। बिल्कुल सर, 25 साल का जो आपका एक्सपीरियंस रहा, क्योंकि आम आदमी पार्टी को सत्ता में आए हुए अभी ज्यादा वक्त नहीं हुआ, लेकिन उससे पहले जिस पार्टी में आप थे, अगर हम अपने भारत की मैनचेस्टर कही जाने वाली लुधियाना शहर की बात करें,
कितनी ऐसी कमियां, कितने ऐसे लूप होल्स हैं जो पिछली पार्टियों की तरफ से अभी तक लुधियाना में पूरे नहीं किए गए, और आप अब सीनियर डिप्टी मेयर बनने के बाद आपको लग रहा है कि लोग आप पे उसी तरीके से विश्वास दिखा सकते हैं? बिल्कुल जी, क्योंकि पहला पावर नहीं सी। जे बंदा कोई कुर्सी ते बैठदा, वो कुर्सी ते बैठण दा मतलब नहीं हुंदा उन्हां दी जिम्मेवारी। हुण मैं कुर्सी ते बैठा, मैं अपनी जिम्मेवारी समझ के लोकां दे काम करने। पहला बिना कुर्सी तो इन्ने डिसीजन नहीं लै सकदा सी, हुण मैं डिसीजन आप खुद लै सकदा। कमिश्नर साहब नूं कह सकदा, मेयर नाल चल के ਅਸੀਂ ਪੰਜਾਬ ਸਰਕਾਰ ਨੂੰ ਕਹਿ ਸਕਦੇ ਹਾਂ, ਹਰੇਕ ਕੰਮ ਲਈ ਕਿੱਥੇ ਵੀ ਜਾਣਾ ਪਿਆ ਜਾਵਾਂਗੇ, ਤੇ ਸਰਕਾਰ ਤੋਂ ਜੇ ਪੈਸਿਆਂ ਦੀ ਲੋੜ ਹੋਊਗੀ ਪੈਸੇ ਵੀ ਲਿਆਵਾਂਗੇ, सारे काम करा। बिल्कुल सर, आपको लग रहा है करप्शन पे 2.5 सालों में करप्शन पे कितनी नकेल कसी गई है? क्योंकि अगर नगर निगम की बात करें तो अफसरशाही, डायरेक्ट जो कनेक्शन है अफसरशाही की बात सामने आती है बार बार, और ठेकेदार और अफसरों के बीच में जो सेटिंग की बात आती है वो भी कहीं ना कहीं एक बहुत बड़ा कनेक्शन आता है सामने। लेकिन इन 2.5 सालों में जो करप्शन के ऊपर नकेल कसी गई है, अब आपके आने के बाद और कितनी सख्ती दिखाई जा सकती है? ਇਹਦੇ ਚ ਕਰਪਸ਼ਨ ਦੇ ਦੋ ਮੁੱਦੇ ਤੁਹਾਨੂੰ ਮੈਂ ਦੱਸ ਦਿੰਦਾ। ਮੇਰਾ ਇੱਕ ਦੋਸਤ ਆ ਬਚਪਨ ਦਾ, ਮੇਰੇ ਇਕੱਠੇ ਖੇਲੇ ਆ, ਉਹਦਾ ਮੈਨੂੰ ਟੈਲੀਫੋਨ ਆਇਆ, ਕਹਿੰਦਾ ਬਿੱਲੇ ਵੀਰ, ਬਿੱਲਾ ਨਿਤਨੇਮ ਆ ਛੋਟਾ ਮੇਰਾ, ਬਿੱਲੇ ਵੀਰ ਵਧਾਈਆਂ, ਮੈਨੂੰ ਮਜ਼ਾ ਆ ਗਿਆ ਕਾਰਪੋਰੇਸ਼ਨ 'ਚ। ਮੈਂ TS1 ਲੈਣ ਗਿਆ ਸੀ, ਬਿਨਾਂ ਪੈਸਿਆਂ ਤੋਂ ਮੈਨੂੰ TS1 ਮਿਲਿਆ। ਇਸ ਤਰ੍ਹਾਂ ਦੀ ਲੋਕਾਂ ਦੀ ਸੋਚ ਹੋ ਚੁੱਕੀ ਹੈ। ਬਿਲਕੁਲ ਠੀਕ ਹੈ ਕਿ ਨਹੀਂ? ਤੇ ਸਾਡੀ ਵੀ ਇਹੀ ਕੋਸ਼ਿਸ਼ ਆ, ਬਿਨਾਂ ਕਰਪਸ਼ਨ ਤੋਂ ਕੰਮ ਹੋਵੇ। ਕੋਈ ਵੀ ਕੰਮ ਅਸੀਂ 24 ਘੰਟੇ, ਸਭ ਤੋਂ ਵੱਡੀ ਗੱਲ ਹੈ ਅਸੀਂ ਡਿਊਟੀ ਦੇਣੀ ਹੈ ਪੂਰੀ। ਪਹਿਲਾਂ 25 ਸਾਲ ਕਿਹੜੇ ਕੁਰਸੀਆਂ ਤੇ ਬਹਿੰਦੇ ਰਹੇ, ਉਹ ਟਾਈਮ ਨਹੀਂ ਦੇ ਪਾਏ ਪਬਲਿਕ ਨੂੰ। ਉਹ ਆਏ ਦਫ਼ਤਰ 'ਚ ਬੈਠੇ, ਚਾਹ ਪਾਣੀ ਪੀਤਾ, ਥੋੜਾ ਮੋਟਾ ਅੱਧਾ ਘੰਟਾ ਲਾਇਆ, ਚਲੇ ਗਏ। ਮੈਂ ਹੁਣ 11 ਤੋਂ 3 ਤੱਕ ਬਹਿੰਦਾ। ਹੁਣ ਹਰੇਕ ਸ਼ਹਿਰ ਵਾਸੀ ਨੂੰ ਪਤਾ ਲੱਗ ਗਿਆ ਵੀ ਪ੍ਰੈਸ਼ਰ ਉੱਥੇ ਹੁੰਦਾ। ਹੁਣ ਤੁਸੀਂ ਆਫਿਸ ਜਾ ਕੇ ਦੇਖੋਗੇ, ਹਰ ਵਾਰ ਮੇਲਾ ਲੱਗਿਆ ਰਹਿੰਦਾ। ਕਿਹੜੇ ਵੀ ਲੋਕ ਆਉਂਦੇ, ਨਾਲ ਦੀ ਨਾਲ ਬੁਲਾ ਕੇ मुंडा नाल भेज के केड़ा काम किदा हुंदा मैं कराना। बिल्कुल सर, हमने शुरू में ही बात की कि स्मार्ट सिटी, अगर हम स्मार्ट सिटी की बात करें तो बूढ़े नाले का जो मैटर है वो सबसे बड़ा एक मैटर, आज सबसे बड़ी समस्या नजर आ रही है। इसको लेकर कई समाज सेवी संस्थाएं आगे आई, डाइंग इंडस्ट्री, एक दूसरे के आमने सामने वो लोग हुए, एक दूसरे के ऊपर कई इल्जाम भी लगाए जाते हैं, लेकिन वो समस्या आज भी वहीं की वहीं खड़ी है। इससे पहले भी कई पार्टीज आई, बहुत बार मुद्दा उठाया जाता है बुड्ढा दरिया का, लेकिन इस बार आप सीनियर डिप्टी मेयर बनने के बाद किस तरीके के कदम उठाएंगे, स्पेशली इस समस्या को लेकर? बुढ़े नाले दा पिछले 25 साल च तुसीं देखिया ही है, गल्लां हुंदियां रहियां, कोई मौके ते काम नहीं शुरू होया प्रॉपर। हुण तुसीं देखो जिन्ने भी MLA आम आदमी पार्टी, अशोक प्राशर, पप्पी छोटा ब्रदर, मदन लाल बग्गा जी, ये सारे भोला जी, जिन्ना बुढ़ा नाला नाल लगदा, वो सारे आप इंटरस्ट लैके काम करान लगे हुए है। साडे राज्य सभा दे संत जी भी लगे हुए है, मंत्री साहब भी आए हैं। कदे कोई आया इत्थे? पिछले 25 साल च इन्ना ध्यान दिता हुंदा, नौबत ही नहीं आनी सी। हुण असीं टीचा कीता है, हरेक MLA कहंदा असीं ये काम कराना, असीं लोकां नूं वादा कीता, ते लोकां नूं वादा कीता तां काम लगे भी होए, दिन रात लगे होए। ये काम हुण मैनूं जो सोच है मेरी, कारपोरेशन वालों कोई कमी नहीं, MLA वालों भी कोई कमी नहीं। कित्थे कारपोरेशन की लोड़ होगी उत्थे कारपोरेशन करूगी, कित्थे MLA सरकार की लोड़ है उत्थे सरकार काम करूगी। उत्ते लगे भी है, मुख्यमंत्री साहब ने स्पैशल ड्यूटियां लाइया हुई हैं भी असीं नाले दा कोड कड्ढना, ये लगे हुए है। तुसीं यकीन मन्निओगे, मेरे हिसाब नाल पहली बार 25 साल च मैनूं हो गया देखदे, पहली बार इन्ना ट्रस्ट लैके MLA सरकार काम कर रही है। मैनूं यकीन है भी काम जल्दी सिरे चढ़ू। बिल्कुल सर, लुधियाना वासियों की एक सबसे बड़ी सिरदर्दी जो बनी हुई है वो स्ट्रीट डॉग्स को लेकर है। आज हम देख रहे हैं हर रोज स्ट्रीट डॉग्स को लेकर कई ऐसी खबरें सामने आती हैं जो कहीं ना कहीं रूह कपाने वाली होती हैं। स्ट्रीट डॉग्स को लेकर लोगों का कहना है कि नगर निगम तक, म्युनिसिपल कॉर्पोरेशन तक बहुत बार शिकायतें जाती हैं, लेकिन उसका सॉल्यूशन कहीं नहीं होता, कोई सामने आके इसके लिए कोई लड़ाई नहीं कर रहा, कोई फाइट नहीं कर रहा। अब आपको क्या लग रहा है किस तरीके से इसके ऊपर सख्ती बरती जा सकती है? पिछले 25 साल तो शिकायत है, पर सिर्फ 25 साल सीनियर डिप्टी मेयर प्रवीण बांसल सीगे, उन्होंने चेयरमैन बनाया, कमेटी भी बनाई सी कारपोरेशन वालों,
ਉਹਨਾਂ ਨੇ ਬੜਾ ਯਤਨ ਕੀਤੇ ਆ, ਅਸੀਂ ਵੀ बड़े ਯਤਨ ਕੀਤੇ, कोई सिस्टम बने ही नहीं कुत्तियां बारे। सर 2.5 साल तो आम आदमी पार्टी को सत्ता में आए हुए हो गए, लेकिन लोग अभी भी यही शिकायत कर रहे हैं कि हम तो लगातार जब से आम आदमी पार्टी सत्ता में आई है 2.5 साल से इस समस्या को लेकर हम आवाज उठा रहे हैं, लेकिन कहीं ना कहीं कोई भी आगे आके नहीं फाइट कर रहा। ਇਹਦੇ ਚ ਪਬਲਿਕ ਦਾ ਵੀ ਥੋੜਾ ਜਿਹਾ ਹੈਗਾ ਜੀ। ਜੀ। ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦਿੰਦਾ। ਮੈਂ ਆਪਣੇ ਏਰੀਆ 'ਚ ਮੈਨੂੰ ਸ਼ਿਕਾਇਤ ਮਿਲੀ ਵੀ ਡੌਗਸ ਸਾਡੇ ਏਰੀਆ 'ਚ ਹੁਣ ਕਾਰ ਦੇ ਟਾਇਰ ਖਾਣ ਲੱਗ ਗਏ। बिल्कुल। ਮੈਂ ਉੱਥੇ ਜਾ ਕੇ ਚੈੱਕ ਕੀਤਾ, ਨਵੇਂ ਟਾਇਰ ਕਾਰ ਦੇ ਖਰਾਬ ਕੀਤੇ ਪਏ ਸੀ ਤੇ ਅਸੀਂ ਜਾ ਕੇ ਆਪਣੇ ਮੁਲਾਜ਼ਮਾਂ ਨੂੰ ਲਿਆ, ਕੁੱਤੇ ਨੂੰ ਘੇਰਿਆ ਵੀ ਇਹਨੂੰ ਕਿਤੇ ਐਡਜਸਟਮੈਂਟ ਕਰੀਏ ਤੇ ਨਾਲ ਹੀ ਮਹੱਲੇ ਵਾਲੇ ਆ ਗਏ ਕਿਹੜੇ ਉਹਨਾਂ ਦੇ ਸ਼ੁਭ ਚਿੰਤਕ ਸੀ ਡੌਗਸ ਦੇ, ਕਿਹੜੇ ਉਹਨਾਂ ਨੂੰ ਦੁੱਧ ਪਾਉਂਦੇ ਸੀ। ਹੁਣ ਅਸੀਂ ਉਹ ਕਹਿੰਦੇ ਜੀ ਤੁਸੀਂ ਦਰਵੇਸ਼ ਨੂੰ ਕਿਉਂ ਕੁਛ ਕਹਿੰਦੇ ਹੋ, ਤੁਸੀਂ ਇਹਨੂੰ ਬਿਲਕੁਲ ਹੱਥ ਨਹੀਂ ਲਾਣਾ। ਐਨਓ ਜੀ ਬਣੀਆਂ ਹੋਈਆਂ, ਉਹ ਕਹਿੰਦੇ ਤੁਸੀਂ ਇਹਨਾਂ ਨੂੰ ਹੱਥ ਨਹੀਂ ਲਾਣਾ। सर ऐसे लोग हर गली हर मोहल्ले में मिलेंगे, फिर कैसे सोल्यूशन निकलेगा? ਉਹੀ ਤਾਂ ਮੈਂ ਕਹਿ ਰਿਹਾ ਹਾਂ ਨਾ, ਇਹੀ ਤਾਂ ਮੈਂ ਕਹਿ ਰਿਹਾ ਤੇ ਇਹਦਾ ਹੱਲ ਕਿਹੜਾ ਹੋਊਗਾ? ਸੈਂਟਰ ਗਵਰਨਮੈਂਟ ਵੱਲੋਂ ਕਿਹੜੀਆਂ ਪਾਬੰਦੀਆਂ ਲੱਗੀਆਂ ਹੋਈਆਂ, जी ਹੁਣ ਕਾਨੂੰਨ ਹੀ ਐਸੇ ਬਣ ਗਏ ਅਸੀਂ ਉਹਨੂੰ ਕੁਝ ਕਹਿ ਹੀ ਨਹੀਂ ਸਕਦੇ। बिल्कुल। ਅੱਗੇ ਕੁਝ ਪਾਵਰਾਂ ਹੁੰਦੀਆਂ ਸੀ, ਨਸਬੰਦੀ ਹੋ ਗਈ ਜਿਵੇਂ, ਉਹ ਵੀ ਹੁਣ ਘਟਿਆ ਥੋੜਾ ਜਿਹਾ, ਪਰ ਪ੍ਰੋਪਰ ਸਾਨੂੰ ਪਾਵਰ ਹੋਊਗੀ ਤਾਂ ਕੰਮ ਹੋਊਗਾ, ਨਹੀਂ ਤਾਂ ਫਿਰ ਉਹੀ ਜਿਵੇਂ ਚੱਲਦਾ ਉਵੇਂ ਚੱਲੀ ਜਾਊਗਾ। ਜੋ ਅਸੀਂ ਕਰ ਸਕਦੇ ਹਾਂ ਕਰਾਂਗੇ, बिल्कुल। ਪੂਰੀਆਂ ਪਾਵਰਾਂ ਮਿਲਣੀਆਂ ਚਾਹੀਦੀਆਂ ਤਾਂ ਹੀ ਮਸਲਾ ਹੱਲ ਹੋਊਗਾ। ਇਹ ਤਾਂ ਇੰਨੀਆਂ ਕੁ ਸ਼ਿਕਾਇਤਾਂ ਮੈਂ ਦੇਖ ਚੁੱਕਿਆ, ਇੰਨਾ ਕੁ ਨੁਕਸਾਨ ਦੇ ਚੁੱਕੇ ਬੱਚਿਆਂ ਨੂੰ ਵੜਦੇ ਬੱਚੇ। ਅੱਛਾ ਬੱਚਿਆਂ ਨੂੰ ਵੜਦੇ ਆ, ਕੋਈ ਕੁਛ ਨਹੀਂ ਬੋਲਦਾ। ਜੇ ਕੁੱਤੇ ਨੂੰ ਕੁਛ ਕਹਿਤਾ ਉਹਦੇ ਐਨਓ ਜੀ ਵੀ FIR ਕਟਾ ਦਿੰਦੀ ਆ, ਫਲਾਨਾ ਵੀ ਐਨਓ। ਇਹ ਨਾ ਤਾਲਮੇਲ ਹੈ। तो इस आवाज को वहां तक पहुंचाया जाएगा सेंट्रल गवर्नमेंट तक, नहीं तो जैसे आप कह रहे हैं कि ये तो समस्या वहीं की वहीं खड़ी रह जाएगी। ਉਹੀ ਮੈਂ ਕਹਿ ਰਿਹਾ ਨਾ, ਜੀ। ਹੁਣ ਲੈਟਰਾਂ ਪਾਵਾਂਗੇ ਅਸੀਂ, ਜੀ, ਬਿਲਕੁਲ। ਇਹਦਾ ਕੋਈ ਹੱਲ ਸੋਚੋ। ਜੇ ਕੁਛ ਉਹ ਸੋਚਣਗੇ ਫਿਰ ਜ਼ਰੂਰ ਹੱਲ ਹੋਊਗਾ, बिल्कुल। ਨਹੀਂ ਤਾਂ ਫਿਰ ਆਬਾਦੀ ਥੋੜੀ ਹੌਲੀ ਹੌਲੀ ਘਟੀ ਜਾਂਦੀ ਹੈ ਕੁੱਤਿਆਂ ਦੀ, ਹੋਰ घट ਜਾਊਗੀ। बिल्कुल। तो सर जिस एरिया में कहीं ना कहीं आप बिलोंग करते हैं, अगर हम फीडगंज इलाके की बात करें, नाजायज हम दुकानों के आगे देख रहे हैं कि रेडी फड़ी वाले जो नाजायज तरीके से कब्जा कर लेते हैं। आए दिन हम देखते हैं लोगों का पैदल निकलना, ट्रैफिक तो जैम जो समस्या है वो तो हर टाइम 24 घंटे देखने को मिलती है, लेकिन उसके बाद पैदल चलना लोगों का बहुत मुश्किल हो गया है। तो दुकानदारों के ऊपर क्या कोई कार्रवाई की जाएगी या किस तरीके से आप सख्ती बरतेंगे इनके ऊपर? ਬਿਲਕੁਲ ਸਹੀ ਸਵਾਲ ਹੈ ਜੀ ਤੁਹਾਡਾ। ਮੈਂ ਵੀ ਉਸੇ ਏਰੀਆ 'ਚ ਰਹਿਣਾ, ਮੈਨੂੰ ਵੀ ਪਰੇਸ਼ਾਨੀ ਹੁੰਦੀ ਹੈ। ਮੇਰੀ ਗੱਡੀ ਨਹੀਂ ਨਿਕਲਦੀ, ਪੈਦਲ ਨਹੀਂ ਤੁਰਿਆ ਜਾਂਦਾ। ਹੁਣ ਜਿੱਦਾਂ ਮੈਂ ਹੁਣ ਬਣਿਆ, ਤੁਸੀਂ ਵੀ ਜਾ ਕੇ ਚੈੱਕ ਕਰੋ, ਹੁਣ ਗੱਡੀ ਵੀ ਨਿਕਲਦੀ ਹੈ, ਪੈਦਲ ਵੀ ਲੋਕ ਜਾ ਰਹੇ ਆ। ਹੁਣ ਇੱਕਦਮ ਬੰਦੇ ਨੂੰ ਸੁਧਾਰ ਨਹੀਂ ਤੁਸੀਂ ਸਕਦੇ। बिल्कुल। 25 ਪੈਸੇ ਸੁਧਾਰ ਹੋ ਗਿਆ, 2-4 ਦਿਨਾਂ 'ਚ 30 ਪੈਸੇ ਹੋ ਗਿਆ, ਐ ਸੁਧਰੂਗੇ ਲੋਕ। ਹੁਣ ਸਾਡਾ ਏਰੀਆ 25 ਪੈਸੇ ਸੁਧਾਰ ਹੋ ਗਿਆ, ਮੇਰੀ ਕੋਸ਼ਿਸ਼ ਹੈ 75 ਰੁਪਏ ਤੱਕ, ਕਿਉਂਕਿ 100 ਚੋਂ ਮੈਂ 100 ਨੰਬਰ ਨਹੀਂ ਲੈ ਸਕਦਾ, ਕਿਉਂਕਿ ਪਬਲਿਕ ਕਿਹੜੀ ਕਿਹਨੇ ਨਜਾਇਜ਼ ਕਰਨੀ ਹੈ ਨਾ। ਢੀਠ ਲੋਕ ਵੀ ਹੁੰਦੇ ਆ ਕਈ, ਮੈਂ ਸਾਫ਼ ਲਫ਼ਜ਼ਾਂ ਕਹਿੰਦਾ ਕਈ ਲੋਕ ਢੀਠ ਹੁੰਦੇ ਆ। ਜਿੰਨਾ ਮਰਜ਼ੀ ਕਰ ਲਓ, ਉਹਨਾਂ ਤੇ ਸਖਤੀ ਕਰੋਗੇ, FIR ਕਰਾਓਗੇ ਤਾਂ ਹਟਣਗੇ, ਨਹੀਂ ਤਾਂ ਪਿਆਰ ਨਾਲ ਕੋਈ ਸੁਣਦਾ ਹੀ ਨਹੀਂ। बिल्कुल, क्योंकि सर 4 दिन बाद फिर वो रेडी फड़ी वाले फिर से एक बार फिर वही कब्जा देते हुए नजर आते हैं। तो अब जैसे आपने कहा सख्ती, आपको लग रहा है सख्ती बरतने के बाद ये जो इतनी बड़ी समस्या है इसका कहीं ना कहीं समाधान निकल सकता है? ਕਿਉਂ ਨਹੀਂ ਨਿਕਲ ਸਕਦੇ? ਪਹਿਲਾਂ RK ਅਗਰਵਾਲ ਜੀ ਇੱਥੇ ਰਹੇ, CP ਸਾਹਿਬ जी। ਉਹਨਾਂ ਨੇ ਦੁਕਾਨਾਂ ਦੇ ਅੰਦਰ ਕਰਤੇ ਸੀਗੇ, ਸਖਤੀ ਕੀਤੀ ਸੀ ਤਾਂ ਹੀ ਹੈ ਨਾ। ਹੁਣ ਸਾਡੀ ਵੀ ਥੋੜੀ ਦਿੱਲੀ ਇਲੈਕਸ਼ਨ ਨਿਕਲ ਲੈਣ, ਅਸੀਂ ਮੇਅਰ ਸਾਹਿਬ, ਡਿਪਟੀ ਮੇਅਰ, ਅਸੀਂ ਬੈਠ ਕੇ ਡਿਸਕਸ ਕਰਾਂਗੇ, CP ਸਾਹਿਬ, DC ਸਾਹਿਬ ਬੈਠ ਕੇ ਇਹਨਾਂ ਨਾਲ ਮੀਟਿੰਗ ਕਰਾਂਗੇ, ਅੰਦਰ ਕਰਾਂਗੇ, ਕਿਉਂਕਿ ਗੁਜ਼ਾਰਾ ਨਹੀਂ। बिल्कुल। ਹੁਣ ਇੱਕ ਬੰਦਾ ਕਹਿੰਦਾ ਯਾਰ ਗਰੀਬ ਆਦਮੀ ਹੈ, ਗਰੀਬ ਆਦਮੀ ਦਾ ਮਤਲਬ ਇਹ ਥੋੜਾ ਵੀ ਤੁਸੀਂ ਟ੍ਰੈਫਿਕ ਜਾਮ ਕਰ ਦੋ, ਕਿਸੇ ਢੰਗ ਸਰ ਕਿਤੇ ਹੋਰ ਕਿੱਥੇ ਜਗ੍ਹਾ ਉੱਥੇ ਲਾ ਲਓ। ਇਹ ਥੋੜਾ ਵੀ ਹੁਣ ਤੁਸੀਂ ਸ਼ਾਹਪੁਰ ਰੋਡ, ਮੈਂ ਧਾਰਾਂ ਆਪਣੇ ਰੋਡ ਤੇ ਸ਼ਾਹਪੁਰ ਰੋਡ ਤੇ ਹੀ ਲਾਣਾ, ਮੈਂ ਫੀਲਡਗੰਜ ਹੀ ਲਾਣਾ। ਉਹ ਫੀਲਡਗੰਜ ਏਰੀਆ ਐਸਾ ਵਾ, ਸਿਵਲ ਹਸਪਤਾਲ ਜ਼ਿਆਦਾ ਐਂਬੂਲੈਂਸ ਆਉਂਦੀ, ਬੱਚੇ ਟ੍ਰੈਫਿਕ ਦਾ ਫਸੀਆਂ ਰਹਿੰਦੀਆਂ, CMC ਦਾ ਏਰੀਆ ਵਾ। ਇਸ ਕਰਕੇ लोग थोड़े हम प्यार दी भाषा नहीं समझेंगे, फिर सख्ती करेंगे। यही सवाल हमारा था कि 2 बड़े बड़े हॉस्पिटल्स वहां पड़ते हैं, CMC और सिविल हॉस्पिटल, क्योंकि एम्बुलेंस का निकलना मुश्किल है और इमरजेंसी सेवाओं के लिए जो लोग जाना चाहते हैं उनका निकलना वहां से मुश्किल हो जाता है। वही तो मैं कह रही, मैं आप इसे करके सिर्फ हॉस्पिटल करके कह रहे हैं, तो मैं अपने आम पब्लिक ਲਈ, क्योंकि इस इलेक्शन च कारपोरेशन ਦੇ ਇਲੈਕਸ਼ਨਾਂ 'ਚ ਲੋਕਾਂ ਨੇ ਡਿਮਾਂਡ ਮੇਰੇ ਅੱਗੇ ਰੱਖੀ ਸੀ
ਵੀ ਸਾਨੂੰ ਆਹ ਚੀਜ਼ ਦੀ ਰਾਹਤ ਚਾਹੀਦੀ ਹੈ। ਤੇ ਮੈਂ ਉਸ ਵਾਅਦੇ ਤੇ ਉਹਨਾਂ ਨਾਲ ਵਾਅਦਾ ਕੀਤਾ ਸੀ ਮੈਂ ਦਵਾਉਂਗਾ, ਮੈਂ ਉਸ ਪੈਰੇ ਤੇ ਖੜੂੰਗਾ, पूरा पैरा दूंगा, मैं क्रोचमेंट हटा के हटूंगा। बिल्कुल। और सर गाँव से आने के बाद आवारा पशुओं की जो प्रॉब्लम है वो भी हम देख रहे हैं कि लगातार स्कूटर के आगे, कारों के आगे एकदम से आ जाते हैं, तो बहुत बड़ा एक्सीडेंट का कारण बना हुआ है वो भी। बिल्कुल होंगे जी, मेरे अपने रिश्तेदारों का भी होया है, एकदम ਸਾਂਢ ਅੱਗੇ ਆ ਗਿਆ ਤਾਂ ਉਹਨਾਂ ਦਾ ਐਕਸੀਡੈਂਟ ਹੋਇਆ, ਨੁਕਸਾਨ ਹੋਇਆ, ਸੱਟਾਂ ਲੱਗੀਆਂ, ਆਮ ਪਬਲਿਕ ਦੇ ਲੱਗਦੀਆਂ। ਇਸ ਗੱਲ ਚੀਜ਼ਾਂ ਨੂੰ ਅਸੀਂ ਦੋ ਤਿੰਨ ਚੀਜ਼ਾਂ ਕਿਹੜੀਆਂ ਹੈਗੀਆਂ ਅਸੀਂ ਪਹਿਲ ਦੇ ਆਧਾਰ ਤੇ ਇਹਨਾਂ ਬਾਰੇ ਸੋਚਾਂਗੇ ਤੇ ਕੰਮ ਕਰਾਂਗੇ। बिल्कुल सर, जाते जाते हमारी यही एक लास्ट रहेगा, जैसे हमने स्टार्टिंग में बात की कि मुद्दे बहुत सारे हैं शहर के, लेकिन अब जिस तरीके से एक लेडी मेयर को अपॉइंट किया गया है, कहा जाता है कि लेडी बहुत अच्छी पॉलिटिशियन प्रूव होकर दिखाती है। हमने इंडियन अगर पॉलिटिकल हिस्ट्री की बात करें तो ये तस्वीर हमारे सामने है। इंद्रजीत मैम है, प्रिंस जौहर जी हैं, आप हैं, अब तीनों मिलके आप कहीं ना कहीं एक शपथ ले चुके हैं कि लुधियाना शहर की एक बदलती हुई तस्वीर दिखाएंगे। क्या जनता फिर से उम्मीद कर सकती है, क्योंकि जनता ने विश्वास दिखाया है आपके ऊपर? ਬਿਲਕੁਲ ਜੀ, ਅਸੀਂ ਤਿੰਨੇ ਰਲ ਕੇ ਕੰਮ ਕਰਕੇ ਦਿਖਾਵਾਂਗੇ। ਕਿਹੜੇ ਕੰਮ ਨਹੀਂ ਹੋਏ ਉਹ ਤੁਹਾਨੂੰ ਅੱਗੇ ਨਜ਼ਰ ਆਣਗੇ ਕੰਮ ਹੁੰਦੇ। ਇਹ ਸਾਡਾ ਤੁਹਾਡੇ ਨਾਲ ਵਾਅਦਾ। ਮੈਂ ਤੁਹਾਡੇ ਰਾਹੀਂ ਪਬਲਿਕ ਨੂੰ ਯਕੀਨ ਦਿਵਾਉਣਾ ਵੀ ਸਾਰੇ ਨੁਹਾਰ ਬਦਲਾਂਗੇ, ਸ਼ਹਿਰ ਦੇ ਡਿਵੈਲਪਮੈਂਟ ਕਰਾਂਗੇ। ਅੱਜ ਮੈਂ ਅਪੀਲ ਕੀਤੀ ਹੈ ਸੰਘਰਸ਼ ਕਮੇਟੀ ਨੂੰ, ਸਾਰੇ ਸਫਾਈ ਕਰਮਚਾਰੀਆਂ ਨੂੰ ਵੀ ਇੱਕ ਵਾਰੀ ਸ਼ਹਿਰ ਚਮਕਦਾ ਕਰ ਦਿਓ। बिल्कुल ठीक है, सफाई प्रॉपर करो, मेहनत करो। सारा अज मैं सवेरे डिस्कस करके आया यूनियन नाल, सारा ना कमिश्नर साहब सीगे, मीटिंग लई अज। मैं पूरी आस रखदा भी पूरा साथ देंगे, चमकावांगे लुधियाना से। सर आम जनता से क्या कहना चाहेंगे, क्योंकि जब इंद्रजीत कौर मैम से हम रूबरू हुए थे, उनका यही कहना था आम पब्लिक अगर हमें सपोर्ट करती है तो बहुत बड़ी एक तस्वीर जो बदलती है उसको जल्द देखा जा सकता है। तो अगर हम आपके साथ लाइव रूबरू हुए, आप आम जनता से क्या कहना चाहेंगे? 100 नहीं 200% बदल जूगी जे पब्लिक साथ दोगी। बिल्कुल जे पब्लिक साथ नहीं दोगी फिर टाइम लगूगा, जी, हौली हौली फिर होगा। जे पब्लिक साथ दोगी, मैं अज भी यही अपील की है पब्लिक ਨੂੰ ਵੀ ਪਿਆਰ ਦੀ ਭਾਸ਼ਾ ਸਮਝੋ, ਸਾਥ ਦਿਓ। ਕਾਰਪੋਰੇਸ਼ਨ ਦਾ ਕਾਰਪੋਰੇਸ਼ਨ ਤੁਹਾਡੀ ਹੈ, ਅਸੀਂ ਤੁਹਾਡੇ ਲਈ ਕੰਮ ਕਰਨੇ ਆ ਤੇ ਅਸੀਂ ਆਪਣਾ ਪਰਸਨਲ ਤਾਂ ਕਰਨਾ ਨਹੀਂ। ਮੇਰੇ ਅੱਗੇ ਕੋਈ ਘਰ ਦੇ ਅੱਗੇ ਨਾ ਕਰੋ, ਲੇਕਿਨ ਪਬਲਿਕ ਜਿਹੜੀ ਰਹਿੰਦੀ ਹੈ ਉਹਨਾਂ ਲਈ ਸਾਫ ਸਫਾਈ ਜ਼ਰੂਰੀ ਹੈ। ਕਿਉਂਕਿ ਹੁਣ ਅੰਦੌਰ ਹੈ, ਉਦਾਹਰਨ ਦਿੰਦਾ ਤੁਹਾਨੂੰ, ਪਹਿਲੇ ਨੰਬਰ ਤੇ ਆਂਦਾ ਸਫਾਈ 'ਚ। ਉੱਥੇ ਇੱਕ ਬੰਦੇ ਨੇ ਮੈਨੂੰ ਦੱਸਿਆ ਵੀ ਮੈਂ 3 ਵਿਲੇਜ ਬੈਠੇ ਟੋਫੀ ਖਾਧੀ, ਉਹਦਾ ਕਾਗਜ਼ ਮੈਂ ਸਿੱਟਣ ਲੱਗਿਆ, ਉਹ ਕਹਿੰਦਾ ਆਟੋ ਵਾਲਾ ਕਹਿੰਦਾ ਨਾ ਬਾਹਰ ਨਾ ਸਿੱਟੀ, 500 ਰੁਪਏ ਫਾਈਨ ਹੋ ਜਾਊਗਾ। ਉਹਨੇ ਕਿਉਂ ਨਹੀਂ ਸਿੱਟਿਆ ਬਾਹਰ? 500 ਰੁਪਏ ਕਰਕੇ ਵੀ 500 ਰੁਪਏ ਜੁਰਮਾਨਾ। ਜੇ ਲੋਕ ਚਾਹੁੰਦੇ ਆ ਵੀ ਅਸੀਂ 500 ਦੇ ਜੁਰਮਾਨੇ ਤੇ ਹਟਣਾ, ਫਿਰ ਉਹ ਅਸੀਂ ਤਿਆਰੀ ਕਰ ਲੈਨੇ, नहीं तो करनी पड़ेगी, वो करनी पड़ेगी। वही तो मैं कह रहा ना, जे प्यार की भाषा समझेंगे ठीक है, नहीं तो फिर सख्ती तो करनी पैनी है। क्योंकि शहर को सुधारना तो असीं हैगा ही है। बिल्कुल ये तो है नहीं भी असीं आए हैं 5 साल एवं बैठ के चले जावांगे, पब्लिक ने वोट पाती 5 साल बैठे चले गए, वो काम नहीं करना। असीं काम करना आए हैं तो काम करांगे। बिल्कुल जी हाँ। तो आपने देखा, ये थे हमारे साथ सीनियर डिप्टी मेयर राकेश पराशर जी। साथ ही साथ बहुत अच्छे मैसेज उनकी तरफ से दिए गए आम पब्लिक तक, आम जनता तक। अगर आप लुधियाना शहर की बदलती हुई तस्वीर को देखना चाहते हैं तो आपका आम पब्लिक, आम नागरिक का सपोर्ट करना बहुत जरूरी है। अब ये आने वाला समय बताएगा, क्योंकि आम जनता ने ही विश्वास दिखाया है। और अब मेयर, डिप्टी सीनियर मेयर और मेयर तीनों ने एक ओथ ले ली, एक शपथ ले ली है कि लुधियाना की बदलती हुई तस्वीर आप सभी को जल्द ही देखने को मिलेगी। आने वाली हर एक अपडेट के साथ जुड़े रहिए टाइम्स पंजाब टीवी के साथ।